ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਇ ਜਾਏ। हम जैसे अपराधी अवर कोई राखे, जैसे हम सतगुरु राख लिए छड़ाए। तू गुर पिता तू है गुर माता, तू गुर बंधप मेरा सखा सखाए। जो हमारी बिद होती मेरे सतगुरा, साबिद तुम हर जानो आपे। हम रुलते फिरते कोई बात न पूछता, गुर सतगुर संग कीरे हम थापे। धन धन गुरु नानक जन केरा, जित मिले चूके सब सोग संतापे। ज्यों बुलावें त्यों बोले स्वामी, कुदरत कवन हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸ਼ਬਦ ਗੁਰੂ ਚਰਨਾਂ ਦੇ ਨਾਲ ਜੁੜ ਬੈਠੇ ਪਰਮ ਸਨਮਾਨਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪ ਸਾਰੇ ਵਡਭਾਗੇ ਹੋ ਜੋ ਕਲਯੁਗ ਦੇ ਇਸ ਭਿਆਨਕ ਸਮੇਂ ਦੌਰਾਨ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਣਦੇ ਹੋਏ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਨਾਜ਼ਰ ਜਾਣ ਕੇ ਸ਼ਬਦ ਸੁਰਤ ਨਾਲ ਜੁੜ ਕਰਕੇ ਆਪਣੇ ਮਨ ਬਿਰਤੀਆਂ ਨੂੰ ਜੋੜ ਕੇ ਬੈਠੇ ਹੋ। ਆਓ ਸਭ ਤੋਂ ਪਹਿਲਾਂ ਆਪਾਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ। ਸਤਿਗੁਰੂ ਜੀ ਦਾ ਪਾਵਨ ਵਾਕ ਹੈ, ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਸੋ ਇੱਕੋ ਵਾਰ ਕਹਿਣ ਤੇ ਸਾਰੀ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਜੀ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਹਨ, ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਖਸ਼ਿਸ਼ ਕੀਤਾ ਹੋਇਆ ਬਚਨ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। पंच जनास्यों संग न छुटक्यो, अधिक अहम बुद्ध बाधे। प्यारे इन बिद मिलन ना जाई, मैं किए कर्म अनेका। हार परियो स्वामी के द्वारे, दीजे बुद्ध विवेका। सतगुर पातशाह कहते ऐ भाई, संसार विच तू की करना है। तो जदों आपां गुरबाणी पढ़ते हाँ तो सतगुर पातशाह कहते भई प्राप्त मानुख देहुरिया, गोबिंद मिलन कीए तेरी बरिया। ऐ भलिया ਇਹ ਗੁਰੂ ਕੇ ਸਿੱਖਾ, ਤੂੰ ਪਰਮਾਤਮਾ ਨੂੰ ਮਿਲਣ ਵਾਸਤੇ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਸੇ ਕਰਕੇ ਸਤਿਗੁਰ ਪਾਤਸ਼ਾਹ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾ। ਕਹਿਣ ਲੱਗੇ ਭਾਈ ਇਹ ਤੈਨੂੰ ਮਨੁੱਖਾ ਦੇਹੀ ਮਿਲੀ ਹੈ, ਇਸ ਦੇ ਦੁਆਰਾ ਤੂੰ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ, ਰੱਬ ਤੱਕ ਪਹੁੰਚ ਸਕਦਾ ਹੈ, ਪਰਮਾਤਮਾ ਨੂੰ ਮਿਲ ਸਕਦਾ ਹੈ। ਤੂੰ ਹੁਣ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਕਿਸ ਨੂੰ ਅੱਗੇ ਲਾਣਾ ਪਏਗਾ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਭਲਿਆ ਤੂੰ ਆਪਣੇ ਮਨ ਨੂੰ ਗੁਰੂ ਸ਼ਬਦ ਦੇ ਨਾਲ ਜੋੜ। ਜਦੋਂ ਤੱਕ ਤਨ ਕਰਕੇ ਮਨ ਕਰਕੇ ਗੁਰੂ ਸ਼ਬਦ ਨਾਲ ਨਹੀਂ ਜੁੜੇਗਾ, ਉਦੋਂ ਤੱਕ ਸਤਿਗੁਰ ਪਾਤਸ਼ਾਹ ਕਹਿੰਦੇ ਤੂੰ ਮਾਲਕ ਦੇ ਮੰਜ਼ਲੇ ਮਕਸੂਦ ਨਹੀਂ ਹੋ ਸਕਦਾ, ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਸਾਧ ਸੰਗਤ ਜੀ, ਗੁਰਬਾਣੀ ਦੇ ਅੰਦਰ ਇੱਕ ਬਚਨ ਆਉਂਦਾ ਹੈ, ਇਹ ਮਨ ਸ਼ਕਤੀ ਇਹ ਮਨ ਬੀਓ, ਇਹ ਮਨ ਪੰਚ ਤਤ ਕੋ ਬੀਓ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਿ ਇਹ ਮਨੁੱਖ ਤੇਰੇ ਅੰਦਰ ਜਿਹੜਾ ਮਨ ਹੈ ਇਹ ਬਹੁਤ ਵੱਡੀ ਤਾਕਤ ਹੈ, ਇੱਕ ਸ਼ਕਤੀ ਹੈ। ਪਰ ਸਾਧ ਸੰਗਤ ਜੀ, ਦੁਨੀਆ ਦਾ ਮਨੁੱਖ ਇਸ ਮਨ ਦੀ ਸ਼ਕਤੀ ਨੂੰ ਸਮਝਣ ਦੇ ਲਈ ਤਿਆਰ ਨਹੀਂ ਹੈ। ਤੇ ਸਾਧ ਸੰਗਤ ਆਪ ਸਾਰੇ ਜਾਣਦੇ ਹੋ, ਜਿਹੜੀ ਤਾਕਤ ਹੈ, ਜਿਹੜੀ ਸ਼ਕਤੀ ਹੈ, ਇਹ ਜਿਸ ਪਾਸੇ ਨੂੰ ਤੁਰ ਜਾਏ ਤੇ ਉਧਰ ਵਹਿਣ ਬਣ ਕੇ ਚਲੀ ਜਾਂਦੀ ਹੈ। ਇਹ ਅਗਰ ਅਵਗੁਣਾਂ ਦਾ ਸਾਥ ਕਰ ਲਏ,
ਇਹ ਅਵਗੁਣਾਂ ਦਾ ਭੰਡਾਰ ਬਣ ਜਾਏਗੀ, ਅਵਗੁਣਾਂ ਦਾ ਕੇਂਦਰ ਬਣ ਜਾਏਗੀ, ਅਵਗੁਣਾਂ ਦਾ ਪਹਿਰੇਦਾਰ ਬਣ ਜਾਏਗਾ। ਜਿਵੇਂ ਆਪਾਂ ਦੇਖਦੇ ਹਾਂ ਪਾਣੀ ਇਕੱਠਾ ਹੋ ਕੇ ਹੜ੍ਹ ਦਾ ਰੂਪ ਬਣ ਕੇ ਕਿਸੇ ਪਾਸੇ ਨੂੰ ਵਹਿ ਤੁਰੇ ਤੇ ਬਹੁਤ ਜ਼ਿਆਦਾ ਨੁਕਸਾਨਦੇਹ ਹੁੰਦਾ ਹੈ। ਜੇ ਉਸ ਪਾਣੀ ਨੂੰ ਜੁਗਤੀ ਵਰਤ ਕੇ ਇਕੱਠਾ ਕਰਕੇ ਡੈਮ ਬਣਾ ਲਿਆ ਜਾਏ, ਉਹ ਪਾਣੀ ਮਨੁੱਖਾਂ ਨੂੰ ਜੀਵਨ ਦਾਨ ਦਿੰਦਾ ਹੈ, ਉਹ ਪਾਣੀ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਂਦਾ ਹੈ। ਤੋ ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਇੱਕ ਤਾਕਤ ਹੈ, ਇੱਕ ਸ਼ਕਤੀ ਹੈ। ਪਰ ਹੁਣ ਇਸ ਸ਼ਕਤੀ ਨੂੰ ਗੁਰੂ ਦੇ ਨਾਲ ਕਿਵੇਂ ਜੋੜੀਏ? ਸਤਿਗੁਰ ਪਾਤਸ਼ਾਹ ਕਹਿੰਦੇ ਕਿ ਜੁਗਤੀ ਵਰਤਣੀ ਪੈਗੀ। ਉਹ ਜੁਗਤੀ ਕਿਵੇਂ ਹੈ? ਜਿਵੇਂ ਸਾਡੇ ਘਰ ਦੇ ਵਿੱਚ ਅੱਜ ਕੱਲ੍ਹ ਅੱਗ ਬਾਲਣ ਵਾਸਤੇ ਲਾਈਟਰ ਆਉਂਦੇ ਨੇ, ਪੁਰਾਤਨ ਸਮੇਂ 'ਚ ਪਿੰਡਾਂ ਥਾਵਾਂ ਤੇ ਸਾਧ ਸੰਗਤ ਜੀ, ਗੁਰੂ ਖਾਲਸਾ ਜੀ, ਅੱਜ ਵੀ ਡੱਬੀਆਂ ਵਰਤੀਆਂ ਜਾਂਦੀਆਂ ਹਨ। ਉਹ ਡੱਬੀ ਦੇ ਵਿੱਚ ਤੀਲਾਂ ਪਈਆਂ ਨੇ, ਉਹਦੇ ਵਿੱਚ ਅੱਗ ਮੌਜੂਦ ਹੈ। ਬਸ ਡੱਬੀ ਨੂੰ, ਤੀਲ ਨੂੰ ਬਾਹਰ ਕੱਢੋ, ਡੱਬੀ ਦੇ ਵਿੱਚੋਂ ਉਹਦੇ ਪਾਸੇ ਨਾਲ ਲੱਗਿਆ ਮਸਾਲੇ ਨਾਲ ਘਸਾਓ ਤੇ ਜਿਹੜੀ ਡੱਬੀ ਦੀ ਤੀਲ ਹੈ ਅੱਗ ਪ੍ਰਾਪਤ ਕਰ ਦਿੰਦੀ, ਲੋ ਪ੍ਰਗਟ ਹੋ ਜਾਂਦੀ। ਇਸੇ ਤਰ੍ਹਾਂ ਪ੍ਰਮਾਤਮਾ ਨੇ ਹਰ ਮਨੁੱਖ ਦੇ, ਹਰ ਜੀਵ ਦੇ ਅੰਦਰ ਆਪਣੀ ਜੋਤ, ਆਪਣੀ ਤਾਕਤ ਰੱਖ ਕੇ ਭੇਜਿਆ ਹੈ। ਬਸ ਲੋੜ ਹੈ ਉਹਨੂੰ ਸਾਧ ਸੰਗਤ ਵਿੱਚ ਆ ਕੇ ਸ਼ਬਦ ਗੁਰੂ ਦੇ ਨਾਲ ਜੁੜਨ ਦੀ। ਜਿਵੇਂ ਸਤ ਸੰਗਤ ਵਿੱਚ ਆ ਕੇ ਬੈਠੇਗਾ, ਸ਼ਬਦ ਦੀ ਵਿਚਾਰ ਕਰੇਗਾ, ਇਹਦੇ ਵਿੱਚੋਂ ਉਹ ਤਾਕਤ, ਉਹ ਜਿਹੜੀ ਜੋਤ ਹੈ ਉਹ ਪ੍ਰਗਟ ਹੋਏਗੀ। ਤੇ ਇਹ ਜਿਹੜੀ ਤਾਕਤ ਜਦੋਂ ਚੰਗੇ ਮੁਰਸ਼ਿਦ ਨੂੰ ਮਿਲ ਜਾਏ, ਇਸ ਨੂੰ ਮਨੁੱਖ ਨੂੰ ਚੰਗਾ ਗੁਰੂ, ਚੰਗਾ ਮੁਰਸ਼ਿਦ ਮਿਲ ਜਾਏ ਤੇ ਕਹਿਣ ਲੱਗੇ ਫਿਰ ਉਹ ਜਿਹੜੀ ਵਿਚਾਰ ਹੈ, ਗੁਰੂ ਕਾ ਸ਼ਬਦ ਜਿਹੜਾ ਹੈ ਉਹਨੂੰ ਪਰਮਾਤਮਾ ਤੱਕ ਲੈ ਜਾਂਦਾ ਹੈ। ਹੁਣ ਸੰਸਾਰ ਦੇ ਅੰਦਰ ਆਪਾਂ ਦੇਖਦੇ ਹਾਂ, ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਆਨ ਉਪਾਵ ਜੇਤੇ ਸਭ ਕਹੀਏ ਤੇਤੇ ਸਿੱਖੇ ਪਾਵਤ। ਕਹਿਣ ਲੱਗੇ ਦੁਨੀਆ ਦੇ ਅੰਦਰ ਵਿਚਰਦਾ ਹੈ ਬੰਦੇ, ਤੇ ਦੁਨੀਆ ਦੇ ਵਿੱਚ ਜਿਤਨੀਆਂ ਵੀ ਚੀਜ਼ਾਂ ਨੂੰ ਪ੍ਰਾਪਤ ਕਰਨ ਦਾ ਵਸੀਲਾ ਹੈ ਉਹ ਸਿੱਖਣਾ ਪੈਂਦਾ ਹੈ, ਯਤਨ ਨੂੰ ਸਿੱਖਣਾ ਪੈਂਦਾ ਹੈ। ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਕੋਈ ਸਵਾਲ ਕੱਢਣਾ ਹੋਵੇ ਤੇ ਉਹਦਾ ਵੀ ਫਾਰਮੂਲਾ ਚਾਹੀਦਾ। ਜੇ ਫਾਰਮੂਲਾ ਹੈ ਤੇ ਸਵਾਲ ਨਿਕਲ ਜਾਂਦਾ ਹੈ। ਘਰ ਦੇ ਵਿੱਚ ਪ੍ਰਸ਼ਾਦ ਰੋਟੀ ਬਣਾਉਣੀ ਹੈ, ਪਹਿਲਾਂ ਸਿੱਖਣੀ ਪਏਗੀ। ਜਦੋਂ ਤੱਕ ਆਪਾਂ ਸਿੱਖਦੇ ਨਹੀਂ ਉਦੋਂ ਤੱਕ ਸਾਨੂੰ ਕੁਝ ਆਉਂਦਾ ਨਹੀਂ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ, ਦੇਖੋ ਇੱਕ ਸੂਈ ਨੂੰ ਆਪਾਂ ਪਾਣੀ ਦੇ ਵਿੱਚ ਸੁੱਟੀਏ ਤੇ ਉਹ ਡੁੱਬ ਜਾਂਦੀ ਹੈ, ਪਰ ਤੁਸੀਂ ਦੇਖਦੇ ਹੋ ਜੁਗਤੀ ਹੈ, ਉਸ ਜੁਗਤੀ ਦੇ ਨਾਲ ਹਜ਼ਾਰਾਂ ਟਨ ਵਜ਼ਨ ਜਹਾਜ਼ਾਂ ਦੇ ਵਿੱਚ ਪਾਣੀ ਤੇ ਤੈਰਦਾ ਫਿਰਦਾ, ਫਿਰ ਡੁੱਬਦਾ ਨਹੀਂ। ਇਸੇ ਤਰ੍ਹਾਂ ਇੱਕ ਲੋਹੇ ਦਾ ਵੱਟਾ ਆਪਾਂ ਉਤਾਂਹ ਨੂੰ ਕਰਕੇ ਸੱਟੀਏ ਤੇ ਉਹ ਥੱਲੇ ਡਿੱਗ ਪੈਂਦਾ ਹੈ, ਉੱਪਰ ਨਹੀਂ ਚੱਲਦਾ। ਪਰ ਇੱਕ ਜੁਗਤੀ ਵਰਤੀ, ਇੱਕ ਫਾਰਮੂਲਾ ਵਰਤਿਆ ਤੇ ਆਪਾਂ ਦੇਖਦੇ ਕਿੱਡੇ ਕਿੱਡੇ ਵੱਡੇ ਜਹਾਜ਼, ਕਿੱਡੇ ਕਿੱਡੇ ਵੱਡੇ ਰੌਕਟ ਜਿਹੜੇ ਨੇ ਉਹ ਆਸਮਾਨ ਦੇ ਵਿੱਚ ਜੰਤਰ ਜਿਹੜੇ ਨੇ ਉੱਡੇ ਫਿਰਦੇ ਨੇ। ਤੋ ਇੱਕ ਜੁਗਤੀ ਹੈ। ਤੋ ਸਤਿਗੁਰ ਪਾਤਸ਼ਾਹ ਕਹਿੰਦੇ, ਐ ਭਾਈ ਤੂੰ ਇੱਕ ਜੁਗਤੀ, ਇੱਕ ਪ੍ਰਮਾਤਮਾ ਦੇ ਨਾਲ, ਗੁਰੂ ਸ਼ਬਦ ਦੇ ਨਾਲ ਜੁੜ ਜਾ ਤੇ ਪ੍ਰਮਾਤਮਾ ਤੈਨੂੰ ਉਸ ਨਿਰੰਕਾਰ ਤੱਕ ਪਹੁੰਚਾ ਦੇਗਾ। ਹੁਣ ਸੰਸਾਰ ਦਾ ਪੱਖ ਸਾਧ ਸੰਗਤ ਜੀ ਆਪਾਂ ਦੇਖੀਏ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਮਨੁੱਖ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ। ਮਨੁੱਖ ਨੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਬਹੁਤ ਸਾਰੇ ਸਾਧਨ ਅਪਣਾਏ ਨੇ, ਪਰ ਸ਼ਾਇਦ ਉਹ ਸਾਧਨਾ ਵਿੱਚ ਕਾਮਯਾਬ ਨਾ ਹੋਣਾ ਕਰਕੇ ਸਤਿਗੁਰੂ ਜੀ ਨੂੰ ਕਹਿਣਾ ਪਿਆ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਨ ਸਾਧੇ, ਪੰਚ ਜਨਾਸੋ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਕਹਿਣ ਲੱਗੇ ਜਿਹੜੇ ਤਰੀਕੇ ਤੂੰ ਵਰਤਦਾ ਪਿਆ, ਜਿਸ ਤਰ੍ਹਾਂ ਤੂੰ ਮਿਲਣਾ ਚਾਹੁੰਦਾ ਹੈ, ਇੱਦਾਂ ਪਰਮਾਤਮਾ ਨੂੰ ਮਿਲਿਆ ਨਹੀਂ ਜਾਂਦਾ। ਸਾਧ ਸੰਗਤ ਜੀ ਤੁਸੀਂ ਸਾਰੇ ਸਿਆਣੇ ਹੋ, ਜਦੋਂ ਆਪਾਂ ਕਿਤੇ ਜਾਣਾ ਹੋਵੇ ਤੇ ਸਭ ਤੋਂ ਪਹਿਲਾਂ ਮੰਨ ਲਓ ਆਪਾਂ ਰੇਲਵੇ ਸਟੇਸ਼ਨ ਤੇ ਗਏ, ਉੱਥੇ ਜਾ ਕੇ ਆਪਾਂ ਟਿਕਟ ਲੈਣੀ ਹੈ, ਪਲੇਟਫਾਰਮ ਤੇ ਆਪਾਂ ਗਏ, ਟਿਕਟ ਖਿੜਕੀ ਤੇ ਗਏ, ਟਿਕਟ ਲੈਣੀ ਹੈ। ਤਾਂ ਜਦੋਂ ਆਪਾਂ ਟਿਕਟ ਲੈਨੇ ਹਾਂ ਤਾਂ ਟਿਕਟ ਦੇ ਉੱਪਰ ਸਭ ਤੋਂ ਪਹਿਲਾਂ ਪੁੱਛਦਾ ਹੈ ਕਿ ਤੇਰਾ ਡੈਸਟੀਨੇਸ਼ਨ ਕੀ ਹੈ, ਤੇਰੀ ਮੰਜ਼ਿਲ ਕੀ ਹੈ, ਤੂੰ ਜਾਣਾ ਕਿੱਥੇ ਹੈ। ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੀ ਮੰਜ਼ਿਲ ਤੈਅ ਕਰਨੀ ਪਏਗੀ ਕਿ ਮੈਂ ਜਾਣਾ ਕਿੱਥੇ ਹੈ। ਤਾਂ ਜਦੋਂ ਮੈਂ ਆਪਣੀ ਉਸ ਨੂੰ ਮੰਜ਼ਿਲ ਦੱਸਦਾ ਕਿ ਮੈਂ ਫਲਾਨੀ ਥਾਂ ਤੇ ਜਾਣਾ ਹੈ, ਉਸ ਤੋਂ ਦੂਸਰਾ ਪੜਾਅ ਆਉਂਦਾ ਹੈ ਡਿਸਟੈਂਸ, ਕਿ ਤੂੰ ਜਾਣਾ ਕਿੱਥੇ, ਉਹ ਜਿੱਥੇ ਤੂੰ ਜਾਣਾ ਹੈ ਉਸ ਦੇ ਵਿੱਚ ਫਾਸਲਾ ਕਿੰਨਾ ਹੈ, ਸਫ਼ਰ ਕਿੰਨਾ ਹੈ। ਤਾਂ ਦੂਸਰਾ ਪੜਾਅ ਹੈ ਡਿਸਟੈਂਸ, ਸਾਨੂੰ ਦੱਸਣਾ ਪਏਗਾ ਦੂਰੀ ਕਿੰਨੀ ਹੈ, ਮੈਂ ਕਿੱਥੇ ਜਾਣਾ ਹੈ। ਤਾਂ ਜਦੋਂ ਮੈਂ ਉੱਥੇ ਜਾਣਾ ਹੈ, ਮੇਰੀ ਮੰਜ਼ਿਲ ਕਿਹੜੀ ਹੈ, ਉਹਦਾ ਸਫ਼ਰ ਕਿੰਨਾ ਹੈ, ਤਾਂ ਜਾਣ ਦਾ ਵਾਇਆ ਰਸਤਾ ਕਿਹੜਾ ਹੈ, ਉਹਨੂੰ ਕਹਿੰਦੇ ਡਾਇਰੈਕਸ਼ਨ, ਕਿਸ ਸਾਈਡ ਤੋਂ ਜਾਣਾ, ਕਿਹੜੇ ਰਸਤੇ ਤੋਂ ਜਾਣਾ ਹੈ। ਤਾਂ ਜਦੋਂ ਸਾਨੂੰ ਇਹਨਾਂ ਤਿੰਨਾਂ ਚੀਜ਼ਾਂ ਦੇ ਵਾਸਤੇ ਅਸੀਂ ਕਲੀਅਰ ਹੋ ਜਾਾਂਗੇ
कि मैं जाना कित्थे है, मेरी डायरैक्शन की है, मेरी दिशा की दशा की है। तो कहन लगे फिर उन्हों मंजिल ते पहुँचण लग्या बहुत ही देर नहीं लगती। आप सारे सियाणे हो, जदों द्रोणाचार्य ने अपने चेलियां नूं अपने निकटवर्तियां नूं पुछया कि दसो सामने दरख्त ते बैठे तुहानूं की दिस रहा है, तो एक ने आख्या महाराज मैनू आसमान दिसदा है, सामने दरख्त दिसदा है, दरख्त दे उत्ते बैठी हुई चिड़ी दिसदी है। कहन लगे पासे हो। दूसरे नूं पुछया कि तैनू सामने की दिसदा है, उन्हें आख्या कहन लगा मैनू दरख्त दिस रहा, दरख्त दे उपर चिड़ी बैठी दिस रही है। इस तरह बहुत सारे लंघते गए। द्रोणाचार्य ने फिर अर्जुन नूं पुछया कि तू दस तैनू सामने की दिसदा है। तो अर्जुन कहन लगा महाराज मैनू तां सामने अख दिसदी, अख। कहन लगे जे तैनू अख दिसदी है, क्योंकि द्रोणाचार्य ने कहा सी कि जेड़ा सामने पंछी दी अख विच तीर मारेगा मैं उसनूं मन्नांगा। तो अर्जुन कहन लगा कि महाराज मैनू तां सामने अख दिसदी है। तो द्रोणाचार्य कहन लगा ठीक है, जे तैनू अख दिसदी है तो फिर सामने गोली चला, तीर चला, फिर निशाना ला। तो कहन तो भाव है कि सानू साडी मंजिल दा पता नहीं है, असी मंजिल दे नाल अख नूं छड्ड के दरख्त देख रहे हैं, असी आसमान देख रहे हैं, असी बहुत सारियां बेफजूल दियां चीज़ां नूं देखदे रहने आ, तां करके साडा निशाना जिहड़ा है वो सही नहीं लगदा। इस करके असी मंजिल ते नहीं पहुँच पाउंदे। अर्जुन ने तीर चलाया, सीधा अख दे विच लगा। कहन लगे इसे तरह ही यह मनुख तू अपनी डेस्टिनेशन, डिस्टेंस ते डायरैक्शन, इन्हां तीनों चीज़ों नूं जदों लैके चलेगा तो तू मंजिल ते पहुँच जाएगा। हुण देखो साडी जिहड़ी है डायरैक्शन की है, साडी दिशा किहड़ी है, सानू पता नहीं। और जदों तक सानू साडी मंजिल दा नहीं पता लगदा उदों तक राह भी नहीं मिलता। मंजिल आपे अपने राह ते लैके जांदी है। हुण साडे विच ते गुरु विच की फर्क है? अगर असीं गुरमुखी नज़र दे नाल वेखांगे ते गुरमुखी नज़र कहंदी है साडे च ते परमात्मा च की फर्क है। कहण लगे पातशाह तो ही मोही, मोही तो ही अंतर कैसा। महाराज तेरे च ते मेरे च कोई फर्क नहीं है, बिल्कुल इकट्ठे हैं। ये तो एक गुरमुखी नज़र है ना। पर जदों असीं आम बंदे वाल अपने वाल धार के देखांगे तो सतगुर पातशाह कहंदे फिर मन परदेसी जे थी है सब देश पराया। कहण लगे जदों मेरा मन ही हाजिर नहीं है। सतगुरु जी ने आख्या ना बंदिया तू पाठ करदा है, तीर्थ यात्रा ते जाना है, बड़ा कुछ करदा है, दान पुण्य सेवा भी करदा है, पर अज तक परमात्मा नाल मिलाप होया क्यों नहीं? इन बिध मिलना जाई मिलिया क्यों नहीं रब अजे तक? कहन लगे तेरा मन हाजिर नहीं है। मन परदेसी जे थी है सब देश पराया। कहन लगे जे मन हाजिर नहीं तो परमात्मा जिहड़ा है बहुत दूर है, फिर परमात्मा नूं मिलना बड़ा औखा है। तो सतगुर पातशाह कहन लगे अपने मन नूं हाजिर कर, अपने मन नूं गुरु शब्द दे नाल जदों तू जोड़ेगा, सतगुर पातशाह कहंदे ये मन जिहड़ा है तैनूं उस परमात्मा तक लैके जाएगा। गुरु के शब्द दे नाल जुड़ के तो सतगुर पातशाह कहन लगे ऐ भाई तू परमात्मा दे नाल जदों जुड़ेगा, सतगुर पातशाह कहंदे देख बंदिया तुरन तो पहला तू ये देख कि मैं चढ़ना कित्थे। मान लै तू पहाड़ ते जाना है तो तेनों ये दसना पेगा भी मैं खड़ा कित्थे हां। जदों तू अपने आप नूं देखेगा भी मैं कित्थे खड़ा ते पहाड़ ते जाना है तो फिर उहदे विच मिलन दा सफ़र किन्ना समा किन्ना लगेगा। कहन लगे इस तरह जदों तू सीधा तुरेगा, हुण बंदे दा निशाना आसे पासे, पर जिहड़ा रब दा भगत है, जिहड़ा रब दा प्यारा है, कहन लगे अगाहां कू तरांग पिछा फेर ना मुहडड़ा। कहन लगे जिहड़ा रब दा प्यारा सिख है वो आसे पासे नहीं, वो अपनी मंजिल नूं ध्यान च रख के सीधा चलदा है ते परमात्मा तक पहुँच जाता है। पर असी क्यों नहीं पहुँच रहे? कहन लगे साडे विच ते रब च फर्क की है? तो जदों गुरवाक पढ़दे हां हम मैले तुम उजल करते, हम निर्गुण तू दाता, माधो हम ऐसे तू ऐसा, हम निर्गुण तू सर्ब कला का ज्ञाता। कहन लगे पातशाह असी ते मैल दे नाल, विकारां दे नाल, अवगुणां दे नाल भरे पे हां। हम मैले, पर तेरे च की फर्क है? तुम उजल करते, हम निर्गुण, साडे विच कोई गुण नहीं,
पर तू सर्ब कला का ज्ञाता। हम पापी तुम पाप खंडन नीको ठाकुर देसा। साडे विच ते तेरे विच कहण लगे आ फर्क है, साडे विच गलतियां ने, साडे विच अवगुण हन, इस करके असी परमात्मा तक नहीं पहुंच सके। तो जिंदगी दे विच जदों तक मनुख अपनी मंजिल नूं ध्यान च रख के नहीं पहुंचदा उदों तक ओहदा सफ़र पूरा नहीं हुंदा। हुण देखो दुनिया की है, दुनिया एक चक्कर है, ये संसार एक चक्कर है। ते ये जिहड़ा बंदा सर्कल दे विच भटकदा है, जिहड़ा चक्कर दे आले दुआले तुरिया फिरदा, उहनूं मंजिल नहीं मिलदी। श्रीमान भाई गुरदास साहब जी ने बड़ा प्यारा बचन किया, कहण लगे जैसे बैल तेली को कई कोस चलियो। कहण लगे जिवें तेली दा बैल जिहड़ा है वो सारा दिन चलदा रहा, सारा दिन चलदा रहा, पर नैन उगरत वाही ठाऊ ही ठिकानो है। कहण लगे जदों आथण होया उस बैल नूं कोलू तो खोलिया गया ते बैल बड़ा खुश है भी मैं सारा दिन चलदा रहा, हुण ते मंजिल बहुत दूर आ गई है, बैल कोलू किते होवेगा, तेली किते होवेगा, अज तो बाद मैनू इस कोलू ते जुपना नहीं पेगा। पर जदों अखां तो पट्टी लाई देखदा की है, तेली भी उही है, कोलू भी उही है, खड़ा भी उत्थे ही है। बैल बड़ा दुखी है भी धोखा कित्थे होया, चलिया बहुत है पहुंचा किते भी नहीं। कारण की है, ओदियां अखां ते पट्टी बजी है, ओदे कोल डायरैक्शन नहीं है, ओनू मंजिल दा नहीं पता भी मैं जाना किहड़े पासे है। इस करके वो सर्कल दे विच घुमदा सारा दिन बैल उथे दा उथे ही खड़ा है। सतगुर पातशाह कहंदे बंदिया तू बड़ा तीर्थां ते जाना, बड़ा पाठ करदा है, सत्संगत करदा है, पर मन करके हाजिर ना होने करके, गुरु शब्द के अभ्यास ते विश्वास तेरा भरोसा ना होने करके सतगुरु पातशाह कहण लगे तू पहुंचा नहीं। उस तेली दे कोलू दे नाल जुपे हुए बैल वांगू तू दुनिया दे एक सर्कल चक्कर दे विच उतरिया फिरदा है। दूसरी उदाहरण भाई गुरदास साहब जी ने दी, कहण लगे जैसे जेवरी बटत आंदरो अचिंत चिंत खात जात बशरे टटोरे हैरान है। कहण लगे एक सूरमा जिदियां अखां च लो नहीं, वो बेचारा किरत करदा, रस्सी वटदा, सारा दिन रस्सी वटदा रहा। आथन वेले जदों पिछे रस्सी टटोल के देखण लगा तो रस्सी है ही नहीं सी। उहदा कारण जिथे बैठ के वो रस्सी वटदा सी उत्थे पिछे एक बज्झा होया गऊ दा बछड़ा वो रस्सी दाल दी नाल खाई गया, उहदे पल्ले कख नहीं पिया। कहण लगे बंदिया उस बंदे दी तरह तो दुनिया दे जंजालां दी रस्सी बहुत वट्टी है, पर समा रूपी बछड़ा खा गया, तेरे पल्ले कख भी नहीं पिया। एक उदाहरण भाई गुरदास साहब जी ने होर दी, कहण लगे जैसे मिर्ग तृष्णालो धावै मृतृखावंत मिर्ग भरमत आवत न शांत भ्रम भ्रमत हैरानो है। कहण लगे मिर्ग जिहड़ा हिरन है वो जदों मारूथलां च दौड़दा धुप पैण करके इन्नियां किरणां धुप दियां चमकदियां नूं लगदा पानी होर अगे, पानी होर अगे, पानी होर अगे, वो दौड़दा दौड़दा खप जांदा है पर उन्होंने पानी नहीं मिलता। कहण लगे बंदा सोचदा है भी अज नहीं कल होर चंगा हो जाएगा, अगे होर चंगा हो जाएगा, इस बार इदां कीता अगली बार मैं इदां करांगा। कहण लगे बंदा इसे ही भटकना दे विच सारी उम्र खज्जल खुआर करके दुनिया तो तुर जांदा है, पर हथ पल्ले कख नहीं आउंदा। पर श्रीमान भाई गुरदास जी कहंदे तैसे सुपनंतर दिसंतर बिहाए गई पहुंच ना सकियो जहां मोहे जानो है। जाना किथे सी? परमात्मा तक। परमात्मा नूं मिलना सी, बंदगी करनी सी, इबादत करनी सी, सिमरन करना सी, मनुखता दी सेवा करनी सी, पर कहण लगे वो ना करदे होए ये होर होर जतनां दे विच होर होर संसार दे भरमण दे चक्करां दे विच फस के ते कहण लगे जिथे दा खड़ा सी उस धंधे दे विच उथे उलझ के रह गया। कहण लगे जे धंधे मैं ओह लपटाए उन ते दुगण दड़ी तिन माए। कहण लगे देखिया अज तो 5-7 साल पहला जो माँ बाप करते सी कर्म धर्म ओह ही बच्चा कर रहा है, जो बच्चा आप कर रहा उहदे पुत पोते उही कर रहे ने। साडा शरीर चलाएमान है, शरीर बजुर्ग हुंदा जा रहा है, पर बंदा अज तो 20 साल जिथे खड़ा सी अज भी उत्ते ही खड़ा है। ते बशरते मैनू लगदा नहीं कि होर 5 साल बाद जाके फिर बदलेगा। क्यों? पहला भी धन दौलत जोड़न ते लगा सी, परिवार दे कम्मां धंधां विच लग्या होया सी, ते अज भी उत्थे ही खड़ा है। सतगुर पातशाह कहण लगे ऐ बंदिया तू संसार ते आया है
ਤੇ ਕੁਝ ਕਰ ਗੁਜ਼ਰ, ਅੱਗੇ ਨੂੰ ਵਧ, ਤੂੰ ਜਿੱਥੇ ਸੀ ਉੱਥੇ ਹੀ ਖੜਾ ਹੈ। ਤੋ ਕਹਿਣ ਲੱਗੇ ਸਭ ਤੋਂ ਪਹਿਲਾਂ ਤੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰੀ ਮੰਜ਼ਿਲ ਕੀ ਹੈ, ਮੈਂ ਜਾਣਾ ਕਿੱਥੇ, ਜ਼ਿੰਦਗੀ ਦੇ ਵਿੱਚ ਡਾਇਰੈਕਸ਼ਨ ਕੀ ਹੈ ਤੇ ਡਿਸਟੈਂਸ ਕੀ ਹੈ, ਸਫ਼ਰ ਕਿੱਥੋਂ ਤੱਕ ਮੈਂ ਪਹੁੰਚਣਾ। ਇਹਨੂੰ ਦੂਜੇ ਪਾਸੇ ਕਹਿੰਦੇ ਨੇ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਮੇਰੀ ਮੰਗ ਕੀ ਹੈ, ਤੇ ਮੰਗ ਤੋਂ ਬਾਅਦ ਦੂਸਰਾ ਸਫ਼ਰ ਆਉਂਦਾ ਹੈ ਉਸ ਮੰਗ ਨੂੰ ਮੰਗਣ ਦਾ ਢੰਗ ਕੀ ਹੈ, ਤਰੀਕਾ ਕੀ ਹੈ, ਤੇ ਤੀਸਰਾ ਕਹਿਣ ਲੱਗੇ ਮੇਰੀ ਸੰਗਤ ਕੀ ਹੈ, ਮੈਂ ਓਟ ਆਸਰਾ ਕਿਹਦਾ ਲਿਆ ਹੈ। ਜੇ ਗੁਰਮੁਖਾਂ ਦੀ ਸੰਗਤ ਵਿੱਚ ਜਾਈਏ ਤੇ ਗੁਰਬਾਣੀ ਅਨੁਸਾਰ ਕਹਿਣ ਲੱਗੇ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ, ਕਿਉਂਕਿ ਗੁਰਮੁਖ ਨੂੰ ਪਤਾ ਹੈ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਗੁਰੂ ਦਾ ਪਿਆਰਾ ਜਿਹੜਾ ਗੁਰੂ ਦੇ ਭਾਣੇ ਵਿੱਚ ਰਹਿੰਦਾ ਹੈ, ਪਰਮਾਤਮਾ ਦੀ ਯਾਦ ਵਿੱਚ ਰਹਿੰਦਾ ਹੈ, ਉਹਨੂੰ ਪਤਾ ਕਿ ਮੈਂ ਪਰਮਾਤਮਾ ਦੇ ਕੋਲੋਂ ਜੋ ਕੁਝ ਮੰਗਿਆ ਮੈਨੂੰ ਮਿਲਿਆ, ਪਰ ਅੱਜ ਤੱਕ ਜੇ ਨਹੀਂ ਕੁਝ ਮੰਗਿਆ ਤੇ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਹੀ ਨਹੀਂ ਮੰਗਿਆ। ਸਤਿਗੁਰ ਪਾਤਸ਼ਾਹ ਕਹਿੰਦੇ ਬੰਦਿਆ ਰੱਬ ਦੇ ਘਰ ਆ ਕੇ ਰੱਬ ਦੇ ਕੋਲੋਂ ਮੰਗਣਾ ਕੁਝ ਹੋਰ ਗੱਲ ਹੈ, ਪਰ ਰੱਬ ਦੇ ਘਰ ਆ ਕੇ ਰੱਬ ਨੂੰ ਹੀ ਮੰਗ ਕੇ ਲੈ ਜਾਣਾ ਇੱਕ ਬਹੁਤ ਵੱਡੀ ਗੱਲ ਹੈ। ਤੇਰੀ ਮੰਗ ਕੀ ਹੈ ਤੇ ਮੰਗਣ ਦਾ ਤਰੀਕਾ ਕੀ ਹੈ। ਕਹਿਣ ਲੱਗੇ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਵਿਚਰ ਕੇ ਪਾਤਸ਼ਾਹ ਕਹਿੰਦੇ ਤੂੰ ਬਹੁਤ ਹੀ ਧਰਮ ਕਰਮ ਕੀਤੇ ਨੇ ਦਿਖਾਵੇ ਦੇ, ਪਰ ਜਿਨ੍ਹਾਂ ਦੇ ਵਿੱਚ ਸਤਿਗੁਰ ਪਾਤਸ਼ਾਹ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੋੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਬਾਧੇ। ਪਾਠ ਕਰਦਿਆਂ ਕਰਦਿਆਂ ਹੰਕਾਰ ਬਹੁਤਾ ਵੱਧ ਗਿਆ, ਹਉਮੈ ਬਹੁਤੀ ਵੱਧ ਗਈ। ਬਾਣੀ ਪੜ੍ਹ ਕੇ ਜੀਵਨ ਬਣਾ ਕੇ ਜਿਹੜੇ ਪੰਜ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾਉਣਾ ਸੀ, ਪਾਤਸ਼ਾਹ ਕਹਿੰਦੇ ਉਹ ਤਾਂ ਤੇਰੇ ਤੇ ਹੋਰ ਜ਼ਿਆਦਾ ਵੱਧ ਗਏ ਨੇ। ਮੈਂ ਕੀਏ ਕਰਮ ਅਨੇਕਾ, ਕਹਿਣ ਲੱਗੇ ਇਸ ਤਰੀਕੇ ਦੇ ਨਾਲ ਜ਼ਿੰਦਗੀ ਦੇ ਵਿੱਚ ਮੈਂ ਕਰਦਿਆਂ ਬਹੁਤ ਕਰਮ ਕੀਤੇ ਨੇ, ਪਰ ਕਹਿਣ ਲੱਗੇ ਅੱਜ ਤੱਕ ਉਹ ਜਿਹੜੀ ਮੰਜ਼ਿਲ ਨੂੰ ਪ੍ਰਾਪਤ ਕਰਨਾ ਸੀ, ਕਹਿਣ ਲੱਗੇ ਉੱਥੋਂ ਤੱਕ ਤੂੰ ਪਹੁੰਚਾ ਨਹੀਂ। ਰੱਬ ਨੂੰ ਮਿਲਣ ਦੇ ਬੜੇ ਸਾਧਨ ਜੁਟਾਏ, ਕਿਹੜੇ ਕਿਹੜੇ ਸਾਧਨ ਦੁਨੀਆ ਦੇ ਵਿੱਚ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਲੋਕਾਂ ਦੇ ਰੱਬ ਨੂੰ ਮਿਲਣ ਦੇ ਤਰੀਕੇ ਵੇਖੇ ਤੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਚਾਰੋਂ ਤਰੀਕਿਆਂ ਦਾ ਖੰਡਨ ਕੀਤਾ। ਜਦੋਂ ਆਪਾਂ ਜਪਜੀ ਸਾਹਿਬ ਆਰੰਭ ਕਰਦੇ ਹਾਂ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਪਹਿਲਾ ਸਾਧਨ ਲੋਕਾਂ ਨੇ ਇਹ ਚੁਣਿਆ ਸੀ ਵੀ ਦੁਨੀਆ ਦੇ ਉੱਤੇ ਤੀਰਥਾਂ ਦਾ ਇਸ਼ਨਾਨ ਕੀਤਾ ਜਾਏ, ਤੀਰਥਾਂ ਤੇ ਜਾ ਕੇ ਸੁਚਮਤਾ ਪ੍ਰਾਪਤ ਕੀਤੀ ਜਾਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਦੇ ਤੀਰਥਾਂ ਦਾ ਇਸ਼ਨਾਨ ਜਿੰਨਾ ਮਰਜ਼ੀ ਕਰੀ ਜਾ। ਸਤਿਗੁਰੂ ਪਾਤਸ਼ਾਹ ਬਚਨ ਆਉਂਦਾ ਗੁਰਬਾਣੀ ਦੇ ਅੰਦਰ ਭਗਤ ਸਾਹਿਬ ਦਾ, ਨਾਮਨ ਕੋ ਤੀਰਥ ਘਨੇ ਮਨ ਬਉਰਾ ਰੇ ਪੂਜਨ ਕੋ ਬਹੁ ਦੇਵ। ਕਹਿਣ ਲੱਗੇ ਜੇ ਤੀਰਥਾਂ ਦੇ ਇਸ਼ਨਾਨ ਕਰਨਾ ਤਾਂ ਕੋਈ ਤੀਰਥਾਂ ਦਾ ਘਾਟਾ ਥੋੜੀ ਹੈ, ਜਿੱਥੋਂ ਮਰਜ਼ੀ ਜਾ ਕੇ ਇਸ਼ਨਾਨ ਕਰ ਲਓ, ਨਹਾ ਲਓ, ਬਹੁਤ ਤੀਰਥ ਨੇ। ਛੂਟਨ ਕੋ ਬਹੁ ਦੇਵ ਪੂਜਨ ਕੋ ਬਹੁ ਦੇਵ, ਜੇ ਦੇਵਤਿਆਂ ਦੀ ਪੂਜਾ ਕਰਨੀ ਹੋਵੇ ਤੇ ਕਹਿਣ ਲੱਗੇ ਕੋਈ ਗਿਣਤੀ ਥੋੜੀ ਨਹੀਂ ਹੈ, 33 ਕਰੋੜ ਦੇਵੀ ਦੇਵਤਾ ਹੈ। ਦੇਵਤਿਆਂ ਨੂੰ ਪੂਜ ਕੇ ਦੇਖ ਲੈ। ਸਾਧ ਸੰਗਤ ਜੀ ਗੁਸਤਾਖੀ ਮਾਫ ਕਰਨਾ, ਮੈਂ ਕਿਸੇ ਵੀ ਜਾਤੀ ਧਰਮ ਦਾ ਖੰਡਨ ਨਹੀਂ ਕਰਦਾ। ਗੁਰੂ ਨਾਨਕ ਦਾ ਘਰ ਤਾਂ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇਹ ਸਾਰਿਆਂ ਲਈ ਸਾਂਝਾ ਉਪਦੇਸ਼ ਦਿੰਦਾ ਹੈ। ਇੱਥੇ ਸੰਗਤ ਇੱਕ ਹੈ, ਪੰਗਤ ਇੱਕ ਹੈ, ਇੱਥੇ ਸਾਰਿਆਂ ਲਈ ਬੈਠਣ ਲਈ ਸਥਾਨ ਇੱਕ ਹੈ, ਨਿਸ਼ਾਨ ਇੱਕ ਹੈ। ਸਾਰਿਆਂ ਨੂੰ ਇੱਕ ਧਾਗੇ ਵਿੱਚ ਗੁਰੂ ਨਾਨਕ ਦਾ ਘਰ ਪਰੋਂਦਾ ਹੈ, ਕਿਸੇ ਦਾ ਖੰਡਨ ਨਹੀਂ ਕਰਦਾ। ਪਰ ਮੈਂ ਆਪਣੇ ਘਰ ਦਾ ਸੱਚ ਵੀ ਨਾਲ ਕਹਾਂ ਤਾਂ ਸਤਿਗੁਰ ਪਾਤਸ਼ਾਹ ਕਬੀਰ ਸਾਹਿਬ ਭਗਤ ਸਾਹਿਬ ਕਹਿੰਦੇ ਨੇ ਪੂਜਨ ਕੋ ਬਹੁ ਦੇਵਤੇ ਬੜੇ ਨੇ, ਤੀਰਥਾਂ ਦੇ ਇਸ਼ਨਾਨ ਕਰਨ ਨੂੰ ਤੀਰਥ ਬੜੇ ਨੇ। ਪਰ ਕਹਿਣ ਲੱਗੇ ਕਹੋ ਕਬੀਰ ਛੂਟਨ ਨਹੀਂ ਮਨ ਬਉਰਾ ਰੇ ਛੂਟਨ ਹਰ ਕੀ ਸੇਵ। ਕਹਿਣ ਲੱਗੇ ਜੇ ਤੂੰ ਇਹਨਾਂ ਜੰਜਾਲਾਂ ਚੋਂ ਛੁੱਟਣਾ ਹੈ, ਜਮਾਂ ਤੋਂ ਬਚਣਾ ਹੈ, ਪਰਮਾਤਮਾ ਤੱਕ ਪਹੁੰਚਣਾ ਹੈ ਤੇ ਪਰਮਾਤਮਾ ਦੀ ਸੇਵਾ ਵਿੱਚ ਲੱਗ ਜਾ, ਨਾਮ ਜਪਣ ਵਿੱਚ ਲੱਗ ਜਾ। ਸਤਿਗੁਰੂ ਜੀ ਦਾ ਬਚਨ ਆਉਂਦਾ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ। ਕਹਿਣ ਲੱਗੇ ਮੈਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਾਂ, ਜੇ ਇਸ਼ਨਾਨ ਕੀਤੇ ਦਾ ਕੋਈ ਫਾਇਦਾ ਹੀ ਨਹੀਂ ਹੋਇਆ। ਦੇਖੋ ਆਪਾਂ ਬਚਨ ਪੜ੍ਹਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭੋ ਲੱਥੀ ਨਾਥਿਆ ਦੋਏ ਭਾ ਚੜੀਏ ਸੋਹਰ। ਤੀਰਥਾਂ ਤੇ ਜਾਣਾ ਚਾਹੀਦਾ, ਤੀਰਥਾਂ ਦੀ ਯਾਤਰਾ ਕਰਨੀ ਚਾਹੀਦੀ, ਦਰਸ਼ਨ ਕਰਨੇ ਚਾਹੀਦੇ ਨੇ। ਪਰ ਕਹਿਣ ਲੱਗੇ ਜਾਣਾ ਤੁਸੀਂ ਉੱਥੇ ਆਪਣੇ ਆਪ ਨੂੰ ਪੁੰਨੀ ਬਣਾਉਣ, ਪਵਿੱਤਰ ਕਰਨ। ਪਰ ਜੇ ਉੱਥੇ ਜਾ ਕੇ ਬੇਈਮਾਨੀ ਕਰਕੇ, ਕਿਸੇ ਦਾ ਪਰਾਇਆ ਰੂਪ ਤੱਕ ਕੇ, ਕਿਸੇ ਦੀ ਅਮਾਨਤ ਵਿੱਚ ਖਿਆਨਤ ਕਰਕੇ,
4 ਹੋਰ ਪਾਪ ਲੈ ਕੇ ਆ ਗਿਆ ਤੇ ਫਿਰ ਤੇਰੇ ਤੀਰਥ ਇਸ਼ਨਾਨ ਕਰਨ ਦਾ ਫਾਇਦਾ ਹੀ ਕੀ ਹੋਇਆ। ਗੁਰਮਤਿ ਦੇ ਵਿੱਚ ਇਹ ਬਚਨ ਹੈ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਘਨ ਲਾਥੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਜੋਗਾ। ਗੁਰਮਤਿ ਨੇ ਜਿੱਥੇ ਜਿੱਥੇ ਤੀਰਥ ਬਣਾਏ ਨੇ ਉੱਥੇ ਉੱਥੇ ਨਾਲ ਜਿੱਥੇ ਪਾਣੀ ਦਾ ਇਕੱਤਰਤਾ ਕੀਤਾ ਸਰੋਵਰ ਬਣਾਏ ਉੱਥੇ ਬਾਣੀ ਦਾ ਪ੍ਰਕਾਸ਼ ਕੀਤਾ। ਸਤਿਗੁਰੂ ਪਾਤਸ਼ਾਹ ਭਗਤ ਸਾਹਿਬ ਜੀ ਦਾ ਬਚਨ ਆਪਾਂ ਦੇਖੋ ਪੜ੍ਹਦੇ ਤੁਹਾਡੇ ਸਾਹਮਣੇ ਬੇਨਤੀ 'ਚ ਮੈਂ ਰੱਖਾਂ। ਜਲ ਕੇ ਮੱਜਨ ਜੇਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ। ਕਹਿਣ ਲੱਗੇ ਜੇ ਕੇਵਲ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਹੀ ਪ੍ਰਮਾਤਮਾ ਤੱਕ ਪਹੁੰਚ ਜਾਣਾ ਹੁੰਦਾ ਤੇ ਫਿਰ ਜਿਹੜਾ ਡੱਡੂ ਹੈ ਸਾਧ ਸੰਗਤ ਜੀ ਉਹ ਤਾਂ ਰਹਿੰਦੇ ਹੀ ਪਾਣੀ ਦੇ ਵਿੱਚ ਹੈ। ਤਾਂ ਗੁਰੂ ਨਾਨਕ ਜੀ ਨੇ ਇਹਦਾ ਖੰਡਨ ਕੀਤਾ। ਕਹਿਣ ਲੱਗੇ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਕਹਿਣ ਲੱਗੇ ਇਨ ਬਿਦ ਮਿਲ ਨਾ ਜਾਈ ਇੱਦਾਂ ਤੂੰ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ। ਮਹਾਰਾਜ ਫਿਰ ਦੱਸੋ ਦੂਸਰਾ ਤਰੀਕਾ ਸੀ। ਕਹਿਣ ਲੱਗੇ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਵਤਾਰ ਵੀ ਕੁਝ ਬੋਲੀਏ ਹੀ ਨਾ, ਜੇ ਬੋਲੀਏ ਤਾਂ ਬਹੁਤ ਸ਼ਬਦਾਵਲੀ ਗਲਤ ਬੋਲੀ ਜਾਂਦੀ ਹੈ ਇਸ ਕਰਕੇ ਚੁੱਪ ਹੀ ਰਹੀਏ। ਮੋਨੀ ਮੋਨ ਧਾਰੀ ਕਹਿਣ ਲੱਗੇ ਧਿਆਨੀ ਧਿਆਨ ਲਾਵੇ। ਜਿਹੜੇ ਮੋਨੀ ਨੇ ਉਹ ਸੁਰਤੀਆਂ ਜੋੜਨ ਵਾਲੇ ਸਮਾਧੀਆਂ ਲਾਉਣ ਵਾਲੇ ਸੁਰਤੀਆਂ ਜੋੜ ਕੇ ਬੈਠੇ, ਮੋਨੀ ਨੇ ਚੁੱਪ ਬੈਠੇ ਨੇ। ਮੋਨੀ ਮੋਨ ਧਾਰੀ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਬੋਲੇ ਨਾਹੀਂ ਹੋਏ ਬੈਠਾ ਮੋਨੀ ਅੰਤਰ ਕਲਪ ਭਵਾਈਆ ਜੋਨੀ। ਕਹਿਣ ਲੱਗੇ ਬੰਦਿਆ ਪ੍ਰਮਾਤਮਾ ਨੇ ਤੈਨੂੰ ਜ਼ੁਬਾਨ ਦਿੱਤੀ ਬੋਲਣ ਵਾਸਤੇ ਪਰ ਤੂੰ ਆਖੇ ਮੈਂ ਤੇ ਬੋਲਣਾ ਹੀ ਨਹੀਂ। ਚੁੱਪ ਕੀਤਿਆਂ ਰੱਬ ਮੁੱਲ ਜਾਏਗਾ ਵੀ ਬਾਬਾ ਜੀ ਮੋਨੀ ਰਹਿੰਦੇ ਨੇ। ਸਤਿਗੁਰ ਪਾਤਸ਼ਾਹ ਕਹਿੰਦੇ ਇਨ ਬਿਦ ਮਿਲਣ ਨਾ ਜਾਈ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਬੋ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ। ਸਤਿਗੁਰ ਪਾਤਸ਼ਾਹ ਕਹਿੰਦੇ ਕੀ ਹੋ ਗਿਆ ਜੇ ਤੂੰ ਮੂੰਹ ਤੋਂ ਚੁੱਪ ਹੈ ਪਰ ਤੇਰਾ ਮਨ ਤੇ ਅੰਦਰੋਂ ਬੋਲ ਰਿਹਾ, ਅੰਦਰ ਤੇ ਤੇਰੇ ਕਲਪਨਾ ਚੱਲ ਰਹੀ, ਸੰਕਲਪ ਚੱਲ ਰਹੇ ਨੇ, ਫੁਰਨੇ ਚੱਲ ਰਹੇ ਨੇ। ਤਾਂ ਸਤਿਗੁਰ ਪਾਤਸ਼ਾਹ ਕਹਿੰਦੇ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਵਤਾਰ। ਇਸ ਤਰ੍ਹਾਂ ਚੁੱਪ ਰਹਿਣ ਦੇ ਨਾਲ ਰੱਬ ਨਹੀਂ ਮਿਲ ਜਾਂਦਾ। ਤਾਂ ਮਹਾਰਾਜ ਕੀ ਕਰਨਾ। ਕਹਿਣ ਲੱਗੇ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਜ ਸੁਣੀਐ ਕਿਜ ਕਹੀਐ। ਦੁਨੀਆ ਦੇ ਵਿੱਚ ਰਹਿਣਾ ਚੰਗੀ ਗੱਲ ਕਰਨੀ ਹੈ ਤੇ ਚੰਗੀ ਗੱਲ ਸੁਣਨੀ ਹੈ, ਚੰਗੀ ਸੁਣਾਉਣੀ ਹੈ ਤੇ ਚੰਗੀ ਸੁਣਨੀ ਹੈ। ਪੀਰ ਸ਼ੇਖ ਸਾਦੀ ਜੀ ਦਾ ਬੜਾ ਪਿਆਰਾ ਬਚਨ ਹੈ। ਉਹ ਕਹਿੰਦੇ ਜਵੈ ਮੁਸ਼ਕ ਬਹਿਤਰਜ ਜਕ ਤਉ ਦੇ ਗਿਲ ਕਿ ਕਮ ਆਵਾਜ਼ ਹਰਗਿਜ਼ ਨਬੀਨੀ ਖਜਲ। ਪੀਰ ਸ਼ੇਖ ਸਾਦੀ ਕਹਿੰਦੇ ਨੇ ਇਹ ਬੰਦਿਆ ਤੂੰ ਇਹ ਤੇ ਗੱਲ ਠੀਕ ਹੈ ਕਿ ਜਦੋਂ ਬੋਲੇ ਤੂੰ ਸੋਚੇ ਵੀ ਮੈਂ ਚੁੱਪ ਰਵਾਂ ਤੇ ਰੱਬ ਮਿਲ ਜਾਏ, ਨਹੀਂ। ਪਰ ਕਹਿਣ ਲੱਗੇ ਤੂੰ ਬੋਲੇ ਤੇ ਨਿਰਾ ਮਿੱਟੀ ਦਾ ਤੋਦਾ ਹੋਏ ਜਿਹਦਾ ਕੋਈ ਫਰਕ ਫਾਇਦਾ ਹੀ ਨਹੀਂ। ਕਹਿਣ ਲੱਗੇ ਇਹ ਬੋਲਣਾ ਗਲਤ। ਤਾਂ ਮਹਾਰਾਜ ਫਿਰ ਕੀ ਕਰੀਏ। ਕਹਿਣ ਲੱਗੇ ਬੰਦਿਆ ਤੂੰ ਬੋਲ ਜੌਂ ਦੇ ਦਾਣੇ ਜਿੰਨਾ ਬੋਲ ਘੱਟ ਬੋਲ ਲੇਕਿਨ ਹੋਵੇ ਮੁਸ਼ਕ ਕਪੂਰ ਵਰਗਾ, ਤੈਨੂੰ ਬੋਲਣਾ ਚਾਹੀਦਾ। ਤਾਂ ਸਤਿਗੁਰੂ ਜੀ ਕਹਿੰਦੇ ਇਨ ਬਿਦ ਮਿਲ ਨਾ ਜਾਈ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਵਤਾਰ। ਕਹਿਣ ਲੱਗੇ ਫਿਰ ਤੀਸਰਾ ਸਾਧਨ ਕਿ ਬੰਦਾ ਰੱਜ ਕੇ ਅਮੀਰ ਹੋਏ। ਦੇਖੋ ਸਾਡੇ ਅੰਦਰ ਇਹੀ ਹੋੜ ਲੱਗੀ ਹੈ ਨਾ ਕਿ ਹੋਰ ਮਿਲ ਜਾਏ, ਸਹਿਸ ਖਟੇ ਲੱਖ ਕੋਟ ਧਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੈ। ਸਤਿਗੁਰ ਪਾਤਸ਼ਾਹ ਕਹਿੰਦੇ ਬੰਦਾ ਕਹਿਣ ਲੱਗਾ ਵੀ ਬਹੁਤ ਸਾਰਾ ਧਨ ਦੌਲਤ ਹੋਏ ਤਾਂ ਗੁਰਵਾਕ ਹੈ। ਕਹਿਣ ਲੱਗੇ ਸੰਪੇ ਕੋ ਈਸਰ ਧਿਆਈਐ ਸੰਪੈ ਪੁਰਬ ਲਿਖੈ ਕੀ ਪਾਈਐ। ਕਹਿਣ ਲੱਗੇ ਜੇ ਕੋਈ ਬੰਦਾ ਇਸੇ ਕਰਕੇ ਗੁਰਦੁਆਰੇ ਜਾਂਦਾ ਹੈ, ਪਾਠ ਕਰਦਾ ਹੈ, ਨਿਤਨੇਮ ਕਰਦਾ ਹੈ ਵੀ ਬਹੁਤ ਸਾਰੀ ਮਾਇਆ ਮਿਲ ਜਾਏ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਇਹ ਤਾਂ ਪਰਾ ਲਬਧ ਤੇਰੀ ਜੋ ਮਾਲਕ ਨੇ ਲਿਖੀ ਓਨੀ ਹੀ ਮਿਲੇਗੀ। ਬਾਣੀ ਪੜ੍ਹ ਕੇ ਤੂੰ ਪ੍ਰਮਾਤਮਾ ਤੱਕ ਪਹੁੰਚਣਾ ਸੀ, ਗੁਰੂ ਨੂੰ ਮਿਲਣਾ ਸੀ। ਤਾਂ ਕਹਿਣ ਲੱਗੇ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ। ਕਹਿਣ ਲੱਗੇ ਜੇ ਬੰਦਾ ਸੋਚੇ ਕਿ ਬਹੁਤ ਸਾਰਾ ਧਨ ਕਮਾ ਕੇ ਅਮੀਰੀ ਕਰਕੇ ਤੇ ਮੈਂ ਪ੍ਰਮਾਤਮਾ ਤੱਕ ਪਹੁੰਚ ਜਾਵਾਂ ਤਾਂ ਕਹਿਣ ਲੱਗੇ ਇਨ ਬਿਦ ਮਿਲ ਨਾ ਜਾਈ। ਇਸ ਤਰ੍ਹਾਂ ਵੀ ਤੂੰ ਪ੍ਰਮਾਤਮਾ ਨੂੰ ਮਿਲ ਨਹੀਂ ਸਕਦਾ। ਤੀਰਥਾਂ ਤੇ ਜਾ ਕੇ ਵੀ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ। ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉਧਰੈ ਇਹ ਬਿਦ ਜੇ ਲੱਖ ਯਤਨ ਕਰਾਏ। ਕਹਿਣ ਲੱਗੇ ਇਸ ਵਿਧੀ ਦੇ ਨਾਲ ਜੇ ਤੂੰ ਤੀਰਥਾਂ ਤੇ ਗਿਆ ਤਾਂ ਨਹੀਂ ਪਾਰ ਹੋ ਸਕਦਾ। ਇੱਕ ਅਗਲਾ ਸਾਧਨ ਸੀ ਕਨਕ ਕਾਮਨੀ ਹੈਵਰ ਗੈਵਰ ਬਹੁ ਵਿਦ ਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਰੁਪਏ ਨਾ ਮਿਲਿਆ ਹਰ ਦੁਆਰਾ। ਕਹਿੰਦੇ ਸਨ ਕਿ ਆਪਣਾ ਘਰ ਪਰਿਵਾਰ ਘਰ ਵਾਲੀ ਧਨ ਦੌਲਤ ਗਹਿਣਾ ਗੱਟਾ ਸਾਰਾ ਕੁਝ ਤੁਸੀਂ ਦਾਨ ਕਰਦੇ ਹੋ ਤੇ ਪ੍ਰਮਾਤਮਾ ਤੱਕ ਪਹੁੰਚ ਜਾਓਗੇ। ਸਤਿਗੁਰੂ ਜੀ ਕਹਿਣ ਲੱਗੇ ਇਹ ਵੀ ਇਸ ਤਰੀਕੇ ਤਾਂ ਵੀ ਬੰਦਿਆ ਤੂੰ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ। ਮਹਾਰਾਜ ਫਿਰ ਇੱਕ ਹੋਰ ਤਰੀਕਾ ਦੱਸਿਆ ਗਿਆ। ਕਹਿਣ ਲੱਗੇ ਯੋਗ ਆਸਣ 84 ਇਹ ਵੀ ਕਰ ਰਹਿਆ
ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਿਆ। ਕਹਿਣ ਲੱਗੇ ਤੇਰੇ ਵਰਗੇ ਜੋਗੀ ਬੜੇ ਬੜੇ ਮੱਠ ਬਣਾ ਕੇ ਕਈ ਯੁਗਾਂ ਤੱਕ ਬੈਠੇ ਰਹੇ। ਸਤਿਗੁਰ ਪਾਤਸ਼ਾਹ ਕਹਿਣ ਲੱਗੇ ਤੇਰੇ ਵਰਗੇ ਜੋਗੀਆਂ ਨੇ ਕਾਲ ਨਾਹੀ ਯੋਗ ਨਾਹੀ ਸਦਕਾ ਢੱਬ ਥਾਂ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਹੈ ਜਗ। ਕਹਿਣ ਲੱਗੇ ਤੁਹਾਡੇ ਵਰਗੇ ਭ੍ਰਿਸ਼ਟ ਬੰਦਿਆਂ ਕਰਕੇ ਪਵਿੱਤਰ ਸਥਾਨ ਜਿਹੜੇ ਪੂਜਣ ਯੋਗ ਸਨ ਉਹ ਭ੍ਰਿਸ਼ਟ ਹੋ ਗਏ। ਗਲਤ ਬੰਦਾ ਚੰਗੇ ਥਾਂ ਤੇ ਵੀ ਬੈਠ ਜਾਏ ਤੇ ਕਹਿਣ ਲੱਗੇ ਨੇ ਚੰਗੇ ਥਾਂ ਨੂੰ ਪਵਿੱਤਰ ਸਥਾਨ ਨੂੰ ਵੀ ਭ੍ਰਿਸ਼ਟ ਕਰਕੇ ਰੱਖ ਦਿੰਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਚਨ ਕੀਤਾ ਕਾਲ ਨਾਹੀ ਯੋਗ ਨਾਹੀ ਸਦਕਾ ਢੱਬ ਥਾ ਨਿਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਹੈ ਜਗ। ਪੰਡਤ ਜੀ ਤੁਹਾਡੇ ਵਰਗੇ ਪਖੰਡੀਆਂ ਕਰਕੇ ਲੋਕ ਜਿਹੜੇ ਨੇ ਉਹ ਪਿਛਲੱਗ ਲੱਗ ਰਹੇ ਨੇ। ਸਾਧ ਸੰਗਤ ਜੀ ਦੇਖੋ ਬੰਦਾ ਸਮਾਜ ਵਿੱਚ ਜਾਂਦਾ ਹੈ ਉਹਨੇ ਕੱਪੜਾ ਖਰੀਦਣਾ ਦਿਮਾਗ ਕੰਮ ਕਰਦਾ ਹੈ ਵਧੀਆ ਤੋਂ ਵਧੀਆ ਕੱਪੜਾ ਮੰਗਦਾ ਹੈ ਗੱਡੀ ਲੈਣੀ ਵਧੀਆ ਤੋਂ ਵਧੀਆ ਗੱਡੀ ਮੰਗਦਾ ਹੈ ਮਕਾਨ ਖਰੀਦਣਾ ਹੈ ਕਈਆਂ ਦੀਆਂ ਸਲਾਹਾਂ ਲੈਂਦਾ ਹੈ ਇੱਥੇ ਵਾਤਾਵਰਣ ਕਿਦਾਂ ਦਾ ਇੱਥੇ ਪਾਣੀ ਆਉਂਦਾ ਕਿ ਨਹੀਂ ਆਉਂਦਾ ਇੱਥੇ ਹੜ੍ਹ ਨਹੀਂ ਆਉਂਦੇ 36 ਪ੍ਰਕਾਰ ਦੀਆਂ ਸਲਾਹਾਂ ਲੈ ਕੇ ਬੰਦਾ ਆਪਣੇ ਦਿਮਾਗ ਨੂੰ ਵਰਤਦਾ ਹੈ। ਈਵਨ ਕਿਤੇ ਧੀ ਪੁੱਤ ਦਾ ਰਿਸ਼ਤਾ ਕਰਨਾ ਹੋਵੇ 36 ਥਾਵਾਂ ਤੋਂ ਇਨਕੁਆਇਰੀ ਕਰਦਾ ਹੈ। ਪਰ ਸਾਧ ਸੰਗਤ ਮੈਨੂੰ ਮਾਫ ਕਰਨਾ ਬੇਨਤੀ ਕਰਾਂ ਪ੍ਰਵਾਨ ਕਰ ਲੈਣਾ ਧਰਮ ਦੇ ਨਾਂ ਤੇ ਜਿੰਨੀ ਠੱਗੀ ਚੱਲਦੀ ਹੈ ਇੱਥੇ ਮੂਰਖ ਬੰਦੇ ਵੀ ਗੁਰੂ ਬਣ ਕੇ ਬੈਠੇ ਹੋਏ ਨੇ। ਧਰਮ ਦੇ ਨਾਂ ਤੇ ਬੰਦਾ ਕਦੀ ਨਹੀਂ ਪੁੱਛਦਾ ਵੀ ਇਹ ਸਹੀ ਹੈ ਜਾਂ ਗਲਤ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈਐ ਮਾਨ ਅਕਲੀ ਪੜ ਕੇ ਬੁਝੀਐ ਅਕਲੀ ਕੀਚੈ ਦਾਨ। ਨਾਨਕ ਗੱਲਾਂ ਇਹ ਰਾਹ ਹੋਰ ਗੱਲਾਂ ਸ਼ੈਤਾਨ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਕਿ ਇਹ ਭਲਿਆ ਜਦੋਂ ਪਰਮਾਤਮਾ ਨਾਲ ਜੁੜੇ ਤਾਂ ਆਪਣਾ ਦਿਮਾਗ ਵਰਤੀ ਆਪਣੀ ਅਕਲ ਨੂੰ ਵਰਤੀ। ਨਾਨਕ ਆਖਿਆ ਇਹ ਰਾਹ ਹੋਰ ਗੱਲਾਂ ਸ਼ੈਤਾਨ। ਕਹਿਣ ਲੱਗੇ ਜੇ ਤੂੰ ਪਰਮਾਤਮਾ ਨੂੰ ਮਿਲਣਾ ਹੈ ਤੇ ਆਪਣੇ ਦਿਮਾਗ ਨੂੰ ਆਪਣੀ ਅਕਲ ਨੂੰ ਇਹਨੂੰ ਵਰਤੀ ਆਪਣੇ ਮਨ ਨੂੰ ਵਰਤੀ ਤੇ ਧਰਮ ਦੇ ਰਾਹ ਤੇ ਸਿੱਧਾ ਹੋ ਕੇ ਚੱਲੀ ਫਿਰ ਤੂੰ ਪਰਮਾਤਮਾ ਤੱਕ ਮੰਜ਼ਿਲੇ ਮਕਸੂਦ ਹੋਏਗਾ। तो सतगुरु पातशाह ਨੂੰ ਪੁੱਛੀਏ महाराज किवें मिलिया जा सकता है। एक होर बचन आप जी दे नाल साझा करा। सतगुरु पातशाह कहते ने किन बिद मिलै गोसाई मेरे राम राय है कोई संत सहज सुख दाता मोह मार्ग दे बताई। कहन लगे महाराज दसो गुरु अर्जन देव पातशाह कहते इन बिद मिलन ना जाई ऐ बंदिया जो तू दिखावा करदा फिरदा है जो धर्म कर्म पखंड करदा फिरदा है इदां रब नूं नहीं मिलिया जाना। तो महाराज दसो फिर किन बिद मिलै गोसाई मेरे राम राय। महाराज दसो किवें परमात्मा नूं मिल सकदा है कोई संत सहज सुखदाता मोए मार्ग दे बताई। पातशाह मैं ते अज तक नहीं मिल सकिया। संसार दा पख है। सतगुर पातशाह कहन लगे माया मोह सबो जग मोहिया ए भरम कहो किस भाई अंतर अक लख न जाई लखिया बिच पड़दा हो मैं पाई। पातशाह मेरे अंदर कोई माया दा पड़दा ही ऐसा पिया होया है कि अलख परमात्मा मेरे हिरदे विच वसदा है पर मैनू दिसदा नहीं। क्यों नहीं दिसदा। कहन लगे एका संगत एकत ग्रह बसते मिल बात न करते भाई। कहन लगे परमात्मा मेरे कोल मेरे अंदर हाजिर नाजर है पर मैनू मिलिया नहीं। एका सेज इकत ग्रह बसते एक सेज ते परमात्मा पर कहन लगे ओदे नाल मेरा मिलाप नहीं होया। क्यों नहीं होया। सतगुर पातशाह दा बचन है सोए रही प्रभ खबर न जानी भोर पया बहुर पछतानी। जिवें पति कोल पिया सी पर नींदर दे विच सुती रही सारी रात लंघ गई जदों सवेरा होया ते पश्चाताप होया सुपने आया भी गया मैं जल भरिया रोए। कहन लगे सुपने विच रब आया तो मिल नहीं सकिया। कहन लगे इस तरह परमात्मा ते हाजिर नाजिर सी पर बंदा ही सुता रहा वेसला रहा इधर उधर भटकदा रहा संसार दे विच परमात्मा नूं मिल ना सकिया। सतगुर पातशाह कहन लगे एक बस्त बिन पंच दुहेले ओ बस्त अगोचर ठाई। वो एक परमात्मा तो बिना जेड़े पंच वसदे सन कर्म इंद्रिय ज्ञान इंद्रिय दुखी रहे ये परिवार अंदर दा दुखी रहा सुख नहीं मिलिया। तो कहन लगे जिसका गृह तिन दिया ताला कुंजी गुर सौ पाई। तो कुंजी का अर्थ है विधि कुंजी का अर्थ है तरीका। सतगुर पातशाह कहन लगे सिखा जे तो परमात्मा नूं मिलना है
ਤੇ ਗੁਰੂ ਕੋਲ ਤੈਨੂੰ ਜਾਣਾ ਪਏਗਾ, ਗੁਰੂ ਨਾਲ ਮਿਲਣਾ ਪਏਗਾ। ਸਾਧ ਸੰਗਤ ਜੀ, ਦੁਨੀਆ ਦੇ ਵਿੱਚ ਬੜੇ ਬੜੇ ਸੂਝਵਾਨ, ਬੜੇ ਬੜੇ ਸਿਆਣੇ, ਬੜੇ ਧਰਮ ਦੇ ਨਾਂ ਤੇ ਕਰਮ ਕਰਨ ਵਾਲੇ, ਬਾਣੀ ਪੜ੍ਹਨ ਵਾਲੇ, ਦਾਨ ਪੁੰਨ ਕਰਨ ਵਾਲੇ, ਜੇ ਕਹੋ ਭਾਈ ਅੰਮ੍ਰਿਤ ਛਕ ਲੈ, ਉਹ ਕਹਿੰਦਾ ਜੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਭਾਈ ਗੁਰੂ ਵਾਲਾ ਬਣ ਜਾ, ਕਹਿੰਦਾ ਜੀ ਗੁਰੂ ਵਾਲੇ ਬਣਨ ਦੀ ਕੀ ਲੋੜ ਹੈ, ਮੈਂ ਪੜ੍ਹਿਆ ਲਿਖਿਆ, ਮੇਰੇ ਕੋਲ ਡਿਗਰੀਆਂ ਨੇ, ਮੈਂ ਬਾਣੀ ਪੜ੍ਹਦਾ, ਮੈਂ ਕਦੇ ਚੋਰੀ ਨਹੀਂ ਕਰਦਾ, ਮੈਂ ਕੋਈ ਮਾੜਾ ਕੰਮ ਹੀ ਨਹੀਂ ਕੀਤਾ ਕਦੀ। तो गुरु नानक पातशाह ने बचन किया, जो आप साध संगत जी आसा की वार का कीर्तन रोज़ सुनते हैं ना, साड़ी त्रासदी है कि असी अपना नितनेम पूरा बनाते नहीं। साध संगत जी, गुरु काल तो आसा की वार साडे जीवन का नितनेम है, तो नितनेम आसा की वार दे विच जदों आपां ये बचन सुनते हैं, नानक गुरु ना चेतनी मन अपना सुचेत। सतगुरु पातशाह कहते जे कोई ये आखे कि मैं गुरु दे लड़ नहीं लगता, मैनू गुरु धारण करने की लोड़ नहीं, मैनू अमृत छकण की लोड़ नहीं, तो सतगुरु पातशाह कहते सिखा ये गल चेते रखी, नानक गुरु ना चेतनी मन अपना सुचेत। छुट्टे तिल बुआड़ जो सुंझै अंदर खेत, खेत अंदर छुट्टिया कहो नानक सौ नाह, फलिए फुलिए बपुड़े भी तन विच सुआह। साध संगत जी, जदों की हरी क्रांति आई है ना, उदों की जमीनां बहुतियां पद्धरियां हो गई, टिब्बे रहे ने। साडे पूर्वज साडे बजुर्गां ने की करना, जिथे उच्चे धोड़े टिब्बे हुंदे सी, पानी ना पहुंचना, ते जदों बरसात होनी उन्हां ने टिब्बियां ते तिल तारा मीरा आदि सुट देना। वो तिल जिहड़े सन बरसात जदों पैनी, तिल उग पैने, आप मुहारे हो जाने, ते जदों तिल पक जाने जिमीदार ने जाना जाके देखना भी कुछ तिल ਉਹ ਨੇ जिन्हां ਨੂੰ बहुत सोहना फल पिया, सोहने ने बूटे भरे, ते जिमीदार ने लेबर ला के ਉਹ तिलों के बूटे वढ़ के उन्हां ਨੂੰ भरियां बन के छाती ना ला के सिर ते पंड रखी ते चुक के घर ले आया। पर कुछ तिलों के बूटे ਉਹ सन जिन्हां ने खुराक पूरी लई, ताकत भी लई, खाद भी पाई, गोडे भी, पानी भी पिया, धरती चों ताकत लई। पर वो जिहड़े तिलों के बूटे सी ना, वो जदों हवा आई झूमदे इधर उधर मस्त, पर जिहड़ा फलदार बूटा सी ना, वो गुरमुख दे सिद्धे मार्ग ते चलण वांगू अग्गां कू तरांग पिछा फेरना मुहड्डड़ा, नानक सिज इवेहा बौर न होवी जन्मड़ा। गुरमुख जिहड़ा बड़े ही शांतमई जीवन विच है, ना बहुता बोलदा है, ना चुप रहिंदा, ना बहुता खांदा, ना बहुता सौंदा, बड़े समतल जीवन विच चलदा है। ਉਹ ਜਿਹੜਾ ਲਾਗੇ ਤਿਲਾਂ ਦਾ ਬੂਟਾ ਸੀ ਨਾ, ਜਿਹਨੂੰ ਫਲ ਕੋਈ ਨਹੀਂ ਆਇਆ ਸੀ, ਬੜੀ ਮਸਤੀ ਵਿੱਚ ਝੂਮਦਾ ਸੀ, ਉਹ ਕਹਿਣ ਲੱਗਾ ਭਲਿਆ ਆ ਵੇਖ ਮੈਨੂੰ ਵੀ ਖੁਰਾਕ ਪੈਂਦੀ ਹੈ, ਮੈਨੂੰ ਵੀ ਗੋਡੀ ਮਿਲੀ, ਆਪਾਂ ਖਾਣੇ ਪੀਣੇ ਬੁੱਲੇ ਲੁੱਟਦੇ ਐਸ਼ ਕਰਦੇ ਆ, ਤੂੰ ਚੁੱਪ ਹੀ ਰਹਿਣਾ, ਨਾ ਬਹੁਤਾ ਬੋਲਦਾ ਹੈ, ਨਾ ਤੂੰ ਮਸਤੀ ਮਾਰਦਾ ਹੈ, ਨਾ ਤੂੰ ਡੀਜਿਆਂ ਤੇ ਨੱਚਦਾ ਹੈ, ਆ ਵੇਖ ਹਵਾ ਦਾ ਬੁੱਲਾ ਹੈ, ਸਭ ਤੋਂ ਜ਼ਿਆਦਾ ਆਪਾਂ ਨੱਚੀਦਾ ਹੈ। ਉਹ ਜਿਹੜਾ ਤਿਲਾਂ ਦਾ ਬੂਟਾ ਫਲਦਾਰ ਸੀ ਨਾ, ਜਿਹੜਾ ਗੁਰਮੁਖ ਸੀ, ਉਹ ਮਨਮੁਖ ਨੂੰ ਕਹਿਣ ਲੱਗਾ ਸਮਾਂ ਆਏਗਾ ਤੇ मैं तेनों अपने सहज का जीवन का दसांगा। साध संगत जी, जदों तिल पक गए, मालक ने फलदार बूटे सारे वढ़ के पंडा बन्नियां ते घर लै गया। पर जिहड़ा बूटा बिना फल तो मस्ती विच झूमदा ही चार सवेरे हवा च बुले लुटदा सी, कहण लगे छुट्टे तिल बुआड़ जो सुंझै अंदर खेत, खेता अंदर छुट्टिया कहो नानक सौ ना। कहण लगे वो जिहड़े बुआड़ सन ना, जिन्हां नूं फल नहीं पिया सी, वो सड़ चुके बूटे सी। मालक ने लेबर नूं आखिया कि आ जिहड़े बूटे ने जिन्हां नूं फल नहीं आया, कहण लगे इन्हां नूं वढना नहीं, तुसीं इत्थे ही रहण दो। जदों फलदार बूटियां नूं वढ के आपदे घर लै गया, ते घर लिजाण तो बाद जिहड़े सड़े बूटे सी धरती 'च रह गए। इन्हां नूं ओह लोक आए जिहड़े कम्मी सन, जिहड़े लोड़वंद, जिन्हां नूं बालण चाहीदा सी, उन्हां ने की कीता, ਉਹ ਜਿਹੜੇ ਬਿਨਾ ਫਲ ਤੋਂ ਸੜੇ ਹੋਏ ਬੂਟੇ ਸੀ ਦਾਤਰੀ ਨਾਲ ਵੱਢੇ ਤੇ ਵੱਢ ਕੇ ਬਾਲਣ ਸੰਦੇ ਥਾਂ ਆਪਣੇ ਘਰ ਲੈ ਗਏ। ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਸਾਨੂੰ ਇਸ ਸ਼ਲੋਕ ਵਿੱਚ ਇਹ ਸਮਝਾਇਆ ਵੀ ਭਲਿਆ ਗੁਰੂ ਨਾਲ ਜੁੜਨਾ, ਅੰਮ੍ਰਿਤ ਛਕਣਾ, ਬਾਣੀ ਪੜ੍ਹਨੀ, ਨਿਤਨੇਮ ਰਹਿਤ ਮਰਜ਼ਾਦਾ ਦਾ ਜੀਵਨ ਬਣਾਉਣਾ, ਗੁਰੂ ਦੇ ਲੜ ਲੱਗ ਕੇ ਹੀ ਤੂੰ ਭਵਸਾਗਰ ਤੋਂ ਪਾਰ ਹੋ ਸਕਦਾ ਹੈ। ਜਦੋਂ ਤੱਕ ਤੂੰ ਗੁਰੂ ਦੀ ਸੰਗਤ ਨਹੀਂ ਕਰੇਗਾ, ਉਦੋਂ ਤੱਕ ਭਵਸਾਗਰ ਤੋਂ ਪਾਰ नहीं हो सकता। साध संगत जी, गुरु नानक पातशाह महाराज जी की जो दर्शन ने, जो संगत है, वो भाई लैणे ने की। मैं इत्थे एक टूक मात्र उदाहरण दे जावां।
ਆਪਾਂ ਸਾਰੇ ਆਮ ਫਿਲਮਾਂ ਦੇਖਦੇ ਹਾਂ ਤਾਂ ਫਿਲਮਾਂ ਦੇ ਵਿੱਚ ਕੀ ਹੁੰਦਾ ਹੈ, ਇੱਕ ਡਾਇਰੈਕਟਰ ਹੁੰਦਾ ਹੈ, ਹਿੰਦੀ ਵਿੱਚ ਉਹਨੂੰ ਨਿਰਦੇਸ਼ਕ ਕਹਿੰਦੇ ਨੇ। ਉਹ ਜਿਹੜਾ ਡਾਇਰੈਕਟਰ ਹੈ, ਜਿਹੜਾ ਨਿਰਦੇਸ਼ਕ ਹੈ, ਉਹ ਐਕਟਰ ਨੂੰ ਜਿਵੇਂ ਜਿਵੇਂ ਸੁਨੇਹੇ ਦਿੰਦਾ ਹੈ, ਜਿਵੇਂ ਜਿਵੇਂ ਉਹਨੂੰ ਨਿਰਦੇਸ਼ ਦਿੰਦਾ ਹੈ, ਜੇ ਤਾਂ ਐਕਟਰ ਉਸ ਡਾਇਰੈਕਟਰ ਦੇ ਕਹੇ ਅਨੁਸਾਰ ਐਕਟਿੰਗ ਕਰੇ ਤੇ ਜਿਹੜਾ ਚੰਗਾ ਡਾਇਰੈਕਟਰ ਹੈ, ਜਿਹੜਾ ਚੰਗਾ ਨਿਰਦੇਸ਼ਕ ਹੈ, ਉਹ ਆਪਣੀ ਸੰਸਥਾ ਨੂੰ ਬਹੁਤ ਉੱਚੀਆਂ ਬੁਲੰਦੀਆਂ ਤੇ ਲੈ ਜਾਂਦਾ। ਸਾਧ ਸੰਗਤ ਜੀ, ਜੇ ਡਾਇਰੈਕਟਰ ਮਾੜਾ ਹੋਏ ਜਾਂ ਮੰਨੋ ਕਿ ਜਿਹੜਾ ਐਕਟਰ ਹੈ ਉਹ ਡਾਇਰੈਕਟਰ ਦੇ ਕਹੇ ਹੀ ਨਾ ਲੱਗੇ, ਆਪ ਹੁਦਰੀਆਂ ਕਰੇ, ਤੇ ਉਹ ਜਿਹੜੀ ਫਿਲਮ ਹੈ ਉਹ ਫਲੋਪ ਹੋ ਜਾਂਦੀ, ਉਹ ਫਿਲਮ ਫੇਲ ਹੋ ਜਾਂਦੀ ਹੈ। ਸਾਧ ਸੰਗਤ ਜੀ, ਮੈਨੂੰ ਕੁਝ ਇਦਾਂ ਹੀ ਲੱਗਦਾ ਹੈ ਕਿ ਅਸੀਂ ਆਪਣੀ ਇਸ ਜ਼ਿੰਦਗੀ ਦੀ ਫਿਲਮ ਦਾ ਜਿਹੜਾ ਡਾਇਰੈਕਟਰ ਸਹੀ ਨਹੀਂ ਚੁਣਿਆ, ਅਸੀਂ ਆਪਣੀ ਫਿਲਮ ਦਾ ਜ਼ਿੰਦਗੀ ਦਾ ਨਿਰਦੇਸ਼ਕ ਜਿਹੜਾ ਆਸਰਾ ਸਹੀ ਨਹੀਂ ਲਿਆ, ਅਸੀਂ ਜ਼ਿੰਦਗੀ ਵਿੱਚ ਆਪ ਹੁਦਰੀਆਂ ਕਰਦੇ ਹਾਂ, ਤਾਂ ਕਰਕੇ ਸਾਡੀ ਜ਼ਿੰਦਗੀ ਦੀ ਫਿਲਮ ਜਿਹੜੀ ਹੈ ਉਹ ਫੇਲ ਹੋ ਜਾਂਦੀ, ਪਾਸ ਨਹੀਂ ਹੁੰਦੀ। ਹੁਣ ਧਿਆਨ ਦੇਣਾ ਸਾਧ ਸੰਗਤ, ਭਾਈ ਲਹਿਣੇ ਨੇ ਡਾਇਰੈਕਟਰ ਚੁਣਿਆ ਗੁਰੂ ਨਾਨਕ ਪਾਤਸ਼ਾਹ, ਤੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਹੀ ਭਾਈ ਲਹਿਣੇ ਨੇ ਕੀਤੀ ਹੈ। ਤੇ ਜਦੋਂ ਭਾਈ ਲਹਿਣੇ ਨੇ ਗੁਰੂ ਨਾਨਕ ਦੀ ਸੰਗਤ ਕੀਤੀ ਤੇ ਫਿਰ ਉਹ ਭਾਈ ਲਹਿਣਾ ਗੁਰੂ ਅੰਗਦ ਤਾਂ ਤੇ ਅੰਗਦ ਭਇਓ ਅੰਗ ਸੰਗ, ਸ਼ਬਦ ਸੁਰਤ ਕੀਨੀ ਵਰਖਾਈ। ਜਦੋਂ ਡਾਇਰੈਕਟਰ ਗੁਰੂ ਨਾਨਕ ਵਰਗਾ ਹੋਵੇਗਾ, ਸਾਡਾ ਆਗੂ ਗੁਰੂ ਹੋਵੇਗਾ, ਤੇ ਸਾਡੀ ਜ਼ਿੰਦਗੀ ਦੀ ਫਿਲਮ ਕਦੇ ਫੇਲ ਨਹੀਂ ਹੋ ਸਕਦੀ। ਉਹਦੀ ਤਾਂ ਸਫਲ 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 ਭਈ ਯਾਤਰਾ ਆਵਣ ਜਾਣ ਰਹਾਤਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਦੋਂ ਤੂੰ ਗੁਰੂ ਨਾਲ ਜੁੜੇਗਾ, ਫਿਰ ਕਹਿਣ ਲੱਗੇ ਜਿਸਕਾ ਤਾਲਾ जिसका गृह तिन दिया ताला, कुंजी गुर सो पाई। सत जिनके बंधन सतगुरु काटे, साध संगत सरनाई। जिन्हां दे ए बंधन झमेले दे गुरु ने कट दिते, ਉਹ ਗੁਰੂ ਦੇ ਨਾਲ ਮਿਲ ਗਏ ਤੇ ਕਹਿਣ ਲੱਗੇ ਪੰਚ ਜਨਾ ਮਿਲ ਮੰਗਲ ਗਾਇਆ, ਨਾਨਕ ਭੇਦ ਨਾ ਭਾਈ। ਇਹਨਾਂ ਪੰਜਾਂ ਨੇ ਮਿਲ ਕੇ ਜਦੋਂ ਗੁਰੂ ਦੇ ਗੁਣਾਂ ਨੂੰ ਗਾਇਆ ਤੇ ਕਹਿਣ ਲੱਗੇ ਗੁਰੂ ਵਿੱਚ ਤੇ ਸਿੱਖ ਵਿੱਚ ਕੋਈ ਫਰਕ ਨਾ ਰਿਹਾ। ਜਿਨ ਹਰ ਸੇਵਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਇਨ ਮੇਰੇ ਰਾਮ ਰਾਏ, ਇਨ ਬਿਦ ਮਿਲਿਆ ਗੁਸਾਈ। ਸਹਿਜ ਭਇਆ ਭ੍ਰਮ ਖਿਨਮੇ ਨਾਸਾ, ਜੋਤੀ ਜੋਤ ਮਿਲਾਈ। ਕਹਿਣ ਲੱਗੇ ਆ ਭਲਿਆ ਇਸ ਤਰੀਕੇ ਦੇ ਨਾਲ ਗੁਰੂ ਦੇ ਆਖੇ ਚੱਲ ਕੇ, ਗੁਰੂ ਦਾ ਹੁਕਮ ਮੰਨ ਕੇ ਤੂੰ ਪਰਮਾਤਮਾ ਨੂੰ ਮਿਲ ਸਕਦਾ ਹੈ। ਹੁਣ ਦੇਖੋ ਬਾਬਾ ਅਮਰਦਾਸ ਮਹਾਰਾਜ, ਉਹਨਾਂ ਦੀ ਜ਼ਿੰਦਗੀ ਦੇ ਕਰਮ ਧਰਮ ਵਿੱਚ ਕੋਈ ਕਮੀ ਨਹੀਂ ਹੈ। ਬਾਬਾ ਅਮਰਦਾਸ 20 ਸਾਲ ਦੇਵੀ ਦੇ ਯਾਤਰਾ ਤੇ ਜਾਂਦੇ ਰਹੇ, ਤੀਰਥ ਯਾਤਰਾ ਤੇ ਜਾਂਦੇ ਰਹੇ, ਬੜਾ ਦਾਨ ਪੁੰਨ ਬੜੀ ਸੇਵਾ ਕਰਦੇ ਨੇ। ਉਹਨਾਂ ਦੇ ਕਿਸੇ ਜੀਵਨ 'ਚ ਕੋਈ ਕਮੀ ਨਹੀਂ, ਪਿਆਸ ਬਹੁਤ ਸੀ ਪਰ ਗੁਰੂ ਨਾਲ ਨਹੀਂ ਜੁੜੇ ਸੀ। ਜਦੋਂ ਕਿਸੇ ਨੇ ਕਿਹਾ ਕਿ ਭਲਿਆ ਤੈਨੂੰ ਮਿਲ ਕੇ ਤੇ ਮੇਰਾ ਜੀਵਨ ਹੀ ਭ੍ਰਿਸ਼ਟਿਆ ਗਿਆ, ਤੂੰ ਗੁਰੂ ਵਾਲਾ ਨਹੀਂ, ਤੇ ਬਾਬਾ ਅਮਰਦਾਸ ਜਦੋਂ ਗੁਰੂ ਨਾਨਕ ਦੇ ਘਰ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ, ਤੇ ਸਾਧ ਸੰਗਤ ਸਾਡੇ ਜ਼ਿੰਦਗੀ ਦਾ ਡਾਇਰੈਕਟਰ ਜਿਹੜਾ ਹੈ, ਨਿਰਦੇਸ਼ਕ ਗੁਰੂ ਅੰਗਦ ਸਾਹਿਬ ਹੋਵੇ, ਗੁਰੂ ਨਾਨਕ ਵਰਗਾ ਹੋਵੇ, ਤੇ ਫਿਰ ਉਸ ਘਰ ਦੇ ਵਿੱਚੋਂ ਧੰਨ ਧੰਨ ਗੁਰੂ ਅਮਰਦਾਸ ਵਰਗੇ ਜੀਵਨ ਸੁੱਚੀ ਆਤਮਾ ਪੈਦਾ ਹੁੰਦੀ ਹੈ। ਜਦੋਂ ਡਾਇਰੈਕਟਰ ਗੁਰੂ ਅਮਰਦਾਸ ਹੋਏ ਤੇ ਫਿਰ ਗੁਰੂ ਅਮਰਦਾਸ ਜੀ ਦੇ ਘਰ ਗੁਰੂ ਰਾਮਦਾਸ ਭਾਈ ਜੇਠੇ ਵਰਗੇ ਗੁਰੂ ਰਾਮਦਾਸ ਦੇ ਰੂਪ 'ਚ ਪੈਦਾ ਹੁੰਦੇ ਨੇ। ਗੁਰੂ ਦੀ ਲੋੜ ਹੈ ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ। ਤੇ ਸਤਿਗੁਰ ਪਾਤਸ਼ਾਹ ਕਹਿਣ ਲੱਗੇ ਭਲਿਆ ਜਦੋਂ ਤੱਕ ਤੂੰ ਗੁਰੂ ਵਾਲਾ ਨਹੀਂ ਬਣਦਾ, ਜਦੋਂ ਤੱਕ ਤੂੰ ਗੁਰੂ ਦੇ ਨਾਲ ਨਹੀਂ ਜੁੜਦਾ, ਉਦੋਂ ਤੱਕ ਕਹਿਣ ਲੱਗੇ ਤੂੰ ਭਵਸਾਗਰ ਤੋਂ ਪਾਰ ਨਹੀਂ ਹੋ ਸਕਦਾ। ਇਸ ਕਰਕੇ ਅਸੀਂ ਹਮੇਸ਼ਾ ਅਰਦਾਸ ਕਰੀਏ, ਸਤਿਗੁਰ ਪਾਤਸ਼ਾਹ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਸਾਮਤ ਦੇਹੋ ਦਿਆਲ ਪ੍ਰਭ, ਜਿਤ ਤੁਮੇ ਅਰਾਧਾ, ਨਾਨਕ ਮੰਗੈ ਦਰਸ਼ਦਾਨ। ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰ, ਮੈਨੂੰ ਉਹ ਮਤ ਬਖਸ਼ ਜਿਹਦੇ ਨਾਲ ਮੈਂ ਦਿਨ ਰਾਤ ਤੇਰੀ ਸੰਗਤ ਵਿੱਚ ਆਵਾਂ, ਤੇਰੇ ਗੁਣ ਗਾਵਾਂ, ਸੇਵਾ ਕਰਕੇ ਭਵਸਾਗਰ ਤੋਂ ਪਾਰ ਹੋ ਜਾਵਾਂ। ਸਾਮਤ ਦੇਹੋ ਦਿਆਲ ਪ੍ਰਭ, ਜਿਤ ਤੁਮੇ ਅਰਾਧਾ, ਨਾਨਕ ਮੰਗੈ ਦਰਸ਼ਦਾਨ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰ, ਮੈਂ ਭਵਸਾਗਰ ਤੋਂ ਪਾਰ ਹੋ ਜਾਵਾਂ, ਤੂੰ ਮੇਰੀ ਬਾਂਹ ਫੜ। ਸੋ ਮੈਂ ਬੇਨਤੀ ਕਰਾਂ ਸਾਧ ਸੰਗਤ, ਸਾਨੂੰ ਗੁਰੂ ਵਾਲੇ ਬਣਨਾ ਅਤ ਜ਼ਰੂਰੀ ਹੈ, ਗੁਰੂ ਧਾਰਨ ਕਰਨਾ ਅਤ ਜ਼ਰੂਰੀ ਹੈ। ਪਹਿਲੇ ਸਮਿਆਂ ਦੇ ਵਿੱਚ ਆਪਣੇ ਆਪਣੇ ਧਰਮ ਅਨੁਸਾਰ ਗੁਰੂ ਧਾਰਨ ਕੀਤੇ ਜਾਂਦੇ ਸਨ। ਅੱਜ ਵੀ ਤੈਨੂੰ ਲੋੜ ਹੈ, ਜੇ ਤੂੰ ਗੁਰੂ ਨਾਨਕ ਦੇ ਘਰ ਦਾ ਸਿੱਖ ਹੈ,
ਤੇ ਫਿਰ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਮੰਨ ਖੰਡੇ ਬਾਟੇ ਦੀ ਪਹੁਲ ਪੰਜਾਂ ਪਿਆਰਿਆਂ ਦੇ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੈਠ ਕੇ ਅੰਮ੍ਰਿਤ ਛਕ ਕੇ ਰਹਿਤ ਮਰਜ਼ਾਦਾ ਦਾ ਜੀਵਨ ਬਣਾ ਕੇ ਗੁਰੂ ਦੇ ਗੁਣ ਗਾ ਕੇ ਭਵ ਸਾਗਰ ਤੋਂ ਪਾਰ ਹੋ, ਤਾਂ ਜੋ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਗੁਰੂ ਕਿਰਪਾ ਕਰਨ। ਆਪ ਸਮੂਹ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਇਕਾਗਰਤਾ ਸਹਿਤ ਬੈਠ ਕੇ ਗੁਰੂ ਕੇ ਬਚਨਾਂ ਨੂੰ, ਗੁਰੂ ਕੇ ਅਨਮੋਲ ਸ਼ਬਦਾਂ ਨੂੰ, ਵਿਚਾਰ ਨੂੰ ਸ਼ਰਵਣ ਕੀਤਾ ਹੈ। ਸਤਿਗੁਰ ਪਾਤਸ਼ਾਹ ਕਿਰਪਾ ਕਰਨ। ਆਪ ਜੀ ਦਾ ਸੁਣਿਆ ਹੋਇਆ ਇੱਕ ਇੱਕ ਗੁਰੂ ਕਾ ਬਚਨ ਆਪ ਜੀ ਦੇ ਹਿਰਦੇ ਵਿੱਚ ਵਸੇ, ਆਪ ਜੀ ਦੇ ਜੀਵਨ ਦੇ ਵਿੱਚ ਉੱਤਮਤਾ ਆਵੇ। ਸਤਿਗੁਰ ਚੜ੍ਹਦੀਆਂ ਕਲਾ ਕਰਨ। ਸਾਰਿਆਂ ਦੀ ਗੁਰੂ ਦੇ ਨਾਲ ਬਣ ਆਵੇ। ਭੁੱਲ ਚੁੱਕ ਦੀ क्षमा। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਦਿਓ ਆਸੀਸ, ਬੁਲਾਓ ਫਤਿਹ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।